ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੁਆਰਾ ਲਿਖਤ ਪੁਸਤਕ ਚਰਨ ਕਮਲ ਕੀ ਮੌਜ ਦੇ ਭਾਗ ਊੜਾ ਦਾ ਅਧਿਆਇ 6ਵਾਂ। ਚਰਨ ਕਮਲ ਦੀ ਮੌਜ ਦੇ ਅਨਕ ਰੰਗੀ ਆਨੰਦ ਹੁਲਾਸ। ਚਰਨ ਕਮਲਾਂ ਦੀ ਮੌਜ ਮਾਨਣ ਦੇ ਰੰਗਾਂ ਦੀ ਵਡਿਆਈ ਫਿਰ ਇਉਂ ਗੁਰਵਾਕ ਵਿੱਚ ਵਰਣਤ ਹੈ। ਚਰਨ ਕਮਲ ਜਾਂਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਧਨਾਸਰੀ ਮਹੱਲਾ ਪੰਜਵਾਂ। ਭਾਵ ਚਰਨ ਕਮਲਾਂ ਦੀ ਮੌਜ ਦੇ ਰੰਗਾਂ ਵਿੱਚ ਜਿਸ ਦਾ ਮਨ ਰੱਪ ਗਿਆ ਹੈ ਅਰਥਾਤ ਰੰਗਿਆ ਗਿਆ ਹੈ, ਤਿਸ ਜਨ ਨੂੰ ਸੋਗ ਦੀ ਅਗਨੀ ਕਦੇ ਨਹੀਂ ਪਹੁ ਸਕਦੀ। ਚਰਨ ਕਮਲਾਂ ਦੇ ਰੰਗ ਵਿੱਚ ਮੌਜੀ ਭੰਵਰੇ ਹਰ ਦਮ ਚਰਨ ਕਮਲਾਂ ਉੱਪਰ ਹੀ ਮਸਤ ਰਹਿੰਦੇ ਹਨ। ਉਹਨਾਂ ਨੂੰ ਸਦਾ ਹੀ ਚਰਨ ਕਮਲ ਰਸਾਲੜੀ ਖੁਮਾਰੀ ਦਾ ਨਸ਼ਾ ਚੜ੍ਹਿਆ ਰਹਿੰਦਾ ਹੈ। ਸੋ ਚਰਨ ਕਮਲਾਂ ਦੇ ਖੀਵੜੇ ਰਸ ਭਵਰਿਆਂ ਨੂੰ ਸੋਗ ਵਿਜੋਗ ਦੀ ਅਗਨੀ ਕਦੇ ਪਹੁ ਨਹੀਂ ਸਕਦੀ। ਉਹ ਸਦਾ ਹੀ ਖਿੜੇ ਰਹਿੰਦੇ ਹਨ, ਕਦੇ ਵੀ ਉਦਾਸੀਨ ਅਤੇ ਸ਼ੋਕਾਂਤਰ ਨਹੀਂ ਹੁੰਦੇ, ਕਿਉਂਕਿ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ, ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਧਨਾਸਰੀ ਮਹੱਲਾ ਪੰਜਵਾਂ। ਗੁਰਵਾਕ ਦੇ ਭਾਵ ਅਨੁਸਾਰ ਚਰਨ ਕਮਲ ਆਧਾਰੀ ਗੁਰਮੁਖ ਜਨਾਂ ਦਾ ਚਰਨ ਕਮਲ ਹੀ ਆਧਾਰ ਹੈ। ਉਹਨਾਂ ਦੀ ਰਾਸ ਪੂੰਜੀ ਵੀ ਇੱਕੋ ਇਹੀ ਹੈ। ਚਰਨ ਕਮਲ ਹੀ ਉਹਨਾਂ ਦਾ ਤਾਣ ਹੈ, ਚਰਨ ਕਮਲ ਹੀ ਉਹਨਾਂ ਦਾ ਮਾਣ ਹੈ, ਚਰਨ ਕਮਲ ਹੀ ਉਹਨਾਂ ਦਾ ਸੱਚਾ ਦੀਵਾਨ ਹੈ ਅਤੇ ਪ੍ਰਭੂ ਦੇ ਚਰਨ ਕਮਲ ਹੀ ਉਹਨਾਂ ਦੀ ਸੱਚੀ ਟੇਕ ਹੈ। ਇਸ ਗੁਰਵਾਕ ਦੀ ਪ੍ਰੋੜਤਾ ਹੀ ਅਗਲਾ ਗੁਰਵਾਕ ਕਰਦਾ ਹੈ। ਚਰਨ ਕਮਲ ਹਰ ਜਨ ਕੀ ਥਾਤੀ, ਕੋਟ ਸੂਖ ਵਿਸਰਾਮ, ਗੋਬਿੰਦ ਦਮੋਦਰ ਸਿਮਰਾਉ ਦਿਨ ਰੈਨ, ਨਾਨਕ ਸਦ ਕੁਰਬਾਨ। ਧਨਾਸਰੀ ਮਹੱਲਾ ਪੰਜਵਾਂ। ਭਾਵ ਚਰਨ ਕਮਲ ਹੀ ਹਰ ਜਨ ਕਾ ਠਿਕਾਣਾ, ਧਨ ਮਾਲ ਖਜ਼ਾਨਾ ਹੈ ਅਤੇ ਕੋਟਾਨ ਕੋਟ ਸੁੱਖਾਂ ਦਾ ਵਿਸਰਾਮ ਅਸਥਾਨ ਹੈ। ਅਰਥਾਤ ਚਰਨ ਕਮਲ ਦੀ ਮੌਜ ਵਿੱਚ ਸਮਾਏ ਰਹਿਣ ਕਰ ਬੇਅੰਤ ਸੁੱਖਾਂ ਦੇ ਘਰ ਵਿੱਚ ਵਿਸਰਾਮ ਹੋ ਜਾਂਦਾ ਹੈ। ਕੋਟ ਸੁੱਖਾਂ ਦਾ ਵਿਸਰਾਮ ਚਰਨ ਕਮਲ ਦੀ ਮੌਜ ਅੰਦਰ ਸਮਾਏ ਰਹਿਣ ਵਿੱਚ ਹੈ। ਵਾਹਿਗੁਰੂ ਦੀ ਭਗਤੀ ਦਾ ਆਨੰਦ ਇੱਥੇ ਹੀ ਆਉਂਦਾ ਹੈ। ਸਗੋਂ ਨਾਮ ਸਿਮਰਨ ਦਾ ਉਮਾਹਾ ਭਗਤ ਜਨ ਚਰਨ ਕਮਲ ਭਜਨੀਕਾਂ ਨੂੰ ਦਹਿ ਦੂਣਾ ਹੋ ਕੇ, ਅੱਗੇ ਨਾਲੋਂ ਵੀ ਦਹਿ ਦੂਣਾ ਹੋ ਕੇ ਉਪਜਦਾ ਵਿਗਸਦਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦਾ ਭਗਤ ਜਨ ਚਰਨ ਕਮਲ ਮੌਜਾਰੀ ਗੁਰਮੁਖ ਅਭਿਆਸੀ ਇਹੋ ਆਕਾਂਖਿਆ ਲੋਚਾਂ ਲੋਚਦਾ ਆਕਾਂਖਦਾ ਰਹਿੰਦਾ ਹੈ ਕਿ ਵਾਹਿਗੁਰੂ ਗੋਬਿੰਦ ਦਮੋਦਰ ਸੁਆਮੀ ਨੂੰ ਦਿਨ ਰੈਣ ਸਿਮਰਦਾ ਹੀ ਰਹਾਂ ਅਤੇ ਸਦਾ ਸਿਮਰ ਸਿਮਰ ਕੇ ਕੁਰਬਾਨ ਹੋ ਜਾਵਾਂ। ਚਰਨ ਕਮਲ ਦੇ ਅਮੋਘ ਦਰਸ਼ਨਾਂ ਦੀ ਮੌਜ ਮਹਿਮਾ ਐਸੀ ਅਪਰ ਅਪਾਰ ਹੈ ਕਿ ਜਿਸ ਜਨ ਦਾ ਮਨ ਚਰਨ ਕਮਲਾਂ ਦੀ ਮੌਜ ਦੇ ਰੰਗਾਂ ਵਿੱਚ ਰੰਗਿਆ ਗਿਆ ਹੈ, ਉਹ ਸਦਾ ਸਦਾ ਹੀ ਅੰਮ੍ਰਿਤ ਦੇ ਸਰੋਵਰ ਵਿੱਚ ਸਰਸ਼ਾਰ ਅਤੇ ਨਿਮਗਨ ਹੋ ਕੇ ਤਾਰੀਆਂ ਲਾਉਂਦਾ ਹੈ ਅਤੇ ਦਮ ਦਮ ਹਰ ਖਿਨ ਲਾਉਂਦਾ ਰਹਿੰਦਾ ਹੈ। ਇੱਕ ਖਿਨ ਵੀ ਇਸ ਆਨੰਦ ਮੌਜ ਤੋਂ ਵਿਸਰਜਿਤ ਨਹੀਂ ਹੁੰਦਾ, ਉਸ ਤੋਂ ਵਿਸਰਜਿਤ ਹੋ ਹੀ ਨਹੀਂ ਹੁੰਦਾ। ਹੋਵੇ ਤਾਂ ਉਸ ਦਾ ਮਰਨ ਹੋ ਜਾਂਦਾ ਹੈ। ਚਰਨ ਕਮਲਾਂ ਦੀ ਮੌਜ ਵਿੱਚ ਮੌਜੀ ਹੋ ਕੇ ਉਹ ਇਸ ਮੌਜ ਆਨੰਦ ਬਹਾਰ ਨੂੰ ਮਾਣਦਾ ਹੋਇਆ ਉਸ ਆਨੰਦ ਅਹਿਲਾਦ ਦੇ ਬਿਸਮ ਸੁਆਦ ਵਿੱਚ ਆਪ ਮੁਹਾਰਾ ਅਤੇ ਸਹਿਜ ਸਰਸ਼ਾਰਤ ਹੋ ਕੇ ਵਾਹੋ ਵਾਹੋ ਚਵੀ ਜਾਂਦਾ ਹੈ। ਜਿਉਂ ਜਿਉਂ ਵਾਹੋ ਵਾਹੋ ਚਵਦਾ ਜਪਦਾ ਹੈ, ਤਿਉਂ ਤਿਉਂ ਇਹ ਆਨੰਦ ਖੇੜੇ ਹੋਰ ਵਧੇਰੇ ਖਿੜਦੇ ਹਨ। ਤਾਂ ਤੇ ਨਾ ਹੀ ਉਸ ਤੋਂ ਵਾਹ ਵਾਹ ਚਵਣੀ ਸਿਫਤ ਸਲਾਹ ਤੋਂ ਹਟਿਆ ਜਾਵੇ ਅਤੇ ਨਾ ਹੀ ਇਸ ਆਨੰਦ ਮੌਜ ਦੇ ਖੇੜੇ ਘਟਣ। ਇਹੀ ਸਿਫਤ ਸਲਾਹ ਉਸ ਦੀ ਪ੍ਰਾਣ ਆਧਾਰ ਬਣ ਜਾਂਦੀ ਹੈ। ਜੋ ਪ੍ਰਾਣਪਤੀ ਪ੍ਰੀਤਮ ਰਾਓ ਵਾਹਿਗੁਰੂ ਦੇ ਚਰਨ ਕਮਲਾਂ ਤੋਂ ਇੱਕ ਭੋਰੀ ਵੀ ਉਸ ਨੂੰ ਨਹੀਂ ਵਿਛੋੜਦੀ, ਵਿਛੋੜਨ ਦਿੰਦੀ ਹੀ ਨਹੀਂ। ਸਿਫਤ ਸਲਾਹਣ ਰਸ ਵਿੱਚ ਗਿੱਧੇ ਗੁਰਮੁਖ ਜਨਾਂ ਦੇ ਇਹ ਕੈਸੇ ਉੱਜਲ ਸੁਭਾਗ ਹਨ ਅਤੇ ਉਸ ਦੇ ਉਲਟ ਪ੍ਰਾਣਪਤੀ ਪ੍ਰੀਤਮ ਵਾਹਿਗੁਰੂ ਨੂੰ ਵਿਸਰਨ ਵਿਸਾਰਨ ਹਾਰਾ ਬਪੜਾ ਸਾਕਤ ਵਿਚਾਰਾ
ਕੈਸਾ ਅਭਾਗਾ ਹੈ ਜਿਸ ਨੂੰ ਇਹਨਾਂ ਪਰਮਾਰਥੀ ਨੇਮਤਾਂ ਤੋਂ ਉੱਕਾ ਹੀ ਮਹਿਰੂਮ ਰਹਿਣਾ ਪੈਂਦਾ ਹੈ। ਯਥਾ ਗੁਰਵਾਕ, ਜਿਸ ਕਉ ਬਿਸਰੈ ਪ੍ਰਾਨਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾਂ ਕਾ ਮਨ ਰਾਂਗਿਓ, ਆਮਿਆ ਸਰੋਵਰ ਭਾਗਾ। ਧਨਾਸਰੀ ਮਹੱਲਾ ਪੰਜਵਾਂ। ਉੱਪਰ ਲਿਖੀ ਹਾਲ ਹਕੀਕਤ ਐਨ ਇਸ ਗੁਰਵਾਕ ਦੀ ਹਕੀਕੀ ਵਿਆਖਿਆ ਹੈ। ਚਰਨ ਕਮਲਾਂ ਦੀ ਮੌਜ ਦੇ ਰੰਗਾਂ ਵਿੱਚ ਰਤੜਾ ਜਨ ਅਨ ਦਿਨ ਨਾਮ ਦੇ ਰੰਗਾਂ ਵਿੱਚ ਜਾਗਦਾ ਹੈ ਅਤੇ ਜਾਗ ਸੁਜਾਗਾ ਹੋ ਕੇ ਸੁਚੇਤ ਚੇਤਨਤਾ ਸਹਿਤ ਸਾਵਧਾਨ ਹੋ ਕੇ ਜਾਗਦਾ ਹੈ। ਉਸਦੇ ਤਨ ਮਨ ਸਰੀਰ ਆਤਮ ਅੰਦਰੋਂ ਆਲਸ ਨਿੰਦਰਾ ਸਭ ਦੂਰ ਚਕਨਾ ਚੂਰ ਹੋ ਜਾਂਦੀ ਹੈ, ਕਿਉਂਕਿ ਉਸਦਾ ਪ੍ਰਾਣਪਤੀ ਪ੍ਰਾਣ ਦਾਤਾਰੇ ਪ੍ਰੀਤਮ ਵਾਹਿਗੁਰੂ ਦੇ ਚਰਨ ਕਮਲਾਂ ਦੇ ਪਰਬਲ ਪਿਆਰ ਸੇਤੀ ਮਨ ਬੇਧਿਆ ਹੋਇਆ ਹੁੰਦਾ ਹੈ। ਇਸ ਪਰਬਲ ਪ੍ਰੀਤਮੀ ਪਿਆਰ ਦਰਸਾਰ ਦੇ ਤੁਫੈਲ ਉਸ ਨੂੰ ਪ੍ਰੀਤਮ ਦਰਸ਼ਨ ਦੀ ਜੋਤ ਕਿਰਨਾਰੀ ਤਾਰ ਸਗਲ ਘਟਾਂ ਅੰਦਰ ਹੀ ਪਰੋਤੀ ਪ੍ਰਤੱਖ ਨਜ਼ਰ ਆਉਂਦੀ ਹੈ ਅਤੇ ਜਿੱਥੇ ਜਿੱਥੇ ਵੀ ਉਸ ਦੀ ਦਿਵ ਦ੍ਰਿਸ਼ਟਾਰ ਹੋਈ ਨਜ਼ਰ ਪੈਂਦੀ ਹੈ, ਤਿੱਥੇ ਤਿੱਥੇ ਉਹ ਵਾਹਿਗੁਰੂ ਜੋਤੀ ਸਰੂਪ ਨੂੰ ਪਰਿਪੂਰਨ ਪੇਖਦਾ ਹੈ ਅਤੇ ਸਾਂਗੋ ਪਾਂਗ ਪੇਖਦਾ ਹੈ। ਇਸ ਪਦ ਪ੍ਰਾਪਤੇ ਚਰਨ ਕਮਲ ਦੀ ਸੋਭਾ ਵਾਲੇ ਪ੍ਰਾਨ ਮਾਨ ਰੰਗੀਲੜੇ ਮੋਹਨ ਲਾਲ ਗੋਪਾਲ ਗੋਬਿੰਦ ਵਾਹਿਗੁਰੂ ਨੂੰ ਸਾਂਗੋ ਪਾਂਗ ਪੇਖਣ ਹਾਰੇ ਅੰਮ੍ਰਿਤ ਨਾਮ ਗਟਕਾਰੀ ਗੁਰੂ ਨਾਨਕ ਵਰਸਾਏ ਗੁਰਮੁਖ ਜਨ ਹੋਰ ਸਾਰੇ ਦੁਤੀਆ ਭਾਵ ਦੇ ਰਸ ਕਸੀ ਸੁਆਦਾਂ ਗੀਤ ਨਾਦਾਂ ਮੋਹ ਮਮਤਾ ਮਈ ਅਨੁਰਾਗ ਤ੍ਰੈਗੁਣ ਮਾਇਆ ਦੇ ਪ੍ਰੀਤ ਵਿਪਰੀਤੀ ਪਿਆਰਾਂ ਨੂੰ ਉੱਕਾ ਹੀ ਤਿਆਗ ਦਿੰਦੇ ਹਨ। ਵਾਹ ਵਾਹ ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ। ਰਹਾਉ ਜਹ ਜਹ ਪੇਖੋਂ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ, ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ। ਧਨਾਸਰੀ ਮਹੱਲਾ ਪੰਜਵਾਂ। ਇਹ ਗੁਰਵਾਕ ਕੈਸਾ ਪਰਥਾਏ ਘਟਿਆ ਹੈ। ਇਹ ਸਭ ਕੁਝ ਸਿਮਰਨ ਦੀ ਹੀ ਪਾਰਸ ਕਲਾ ਦਾ ਪ੍ਰਤਾਪ ਹੈ। ਸਿਮਰਨ ਅੰਦਰ ਹੀ ਚਰਨ ਕਮਲ ਵਸਦੇ ਹਨ, ਸਿਮਰਨ ਅੰਦਰ ਹੀ ਸਭੇ ਥੋਕ ਹਨ, ਸਿਮਰਨ ਦੁਆਰਾ ਹੀ ਸਗਲ ਮਨੋਰਥ ਪੂਰਨ ਹੁੰਦੇ ਹਨ ਅਤੇ ਗੁਰਮਤ ਅੰਦਰ ਗੁਰਮੁਖ ਸਿੱਖ ਜਗਿਆਸੂ ਦੀ ਹਰ ਸਮੇਂ ਇਹੋ ਆਕਾਂਖਿਆ ਬਣੀ ਰਹਿੰਦੀ ਹੈ ਅਤੇ ਬਣੀ ਰਹਿਣੀ ਚਾਹੀਦੀ ਹੈ ਕਿ ਨਿਸ਼ਕਾਮ ਅਤੇ ਨਿਰਇੱਛਤ ਹੋ ਕੇ ਕੇਵਲ ਗੁਰਮੰਤਰ ਗੁਰਮਤਿ ਨਾਮ ਦਾ ਸਿਮਰਨ ਹੀ ਕਰੀ ਜਾਵੇ। ਸਿਮਰਨ ਦਾਤੇ ਗੁਰੂ ਕਰਤਾਰ ਤੋਂ ਜਦ ਮੰਗ ਮੰਗੇ ਤਾਂ ਸਿਮਰਨ ਦੀ ਹੀ ਮੰਗੇ। ਹੋਰ ਸਾਰੇ ਮਨੋਰਥ ਇਸ ਮੰਗ ਦੇ ਪਿੱਛੇ ਸੁਤੇ ਸੁਭਾਵ ਹੀ ਲੱਗੇ ਤੁਰੇ ਆਉਂਦੇ ਹਨ, ਪਰੰਤੂ ਸਿਮਰਨ ਸ਼ੈਦਾਈਆਂ ਆਸ਼ਕਾਂ ਦੀ ਸਭ ਤੋਂ ਵੱਡੀ ਅਰਥ ਪਰਮਾਰਥੀ ਮੰਗ ਚਰਨ ਕਮਲਾਂ ਦੀ ਮੌਜ ਮਾਣਨ ਦੀ ਹੁੰਦੀ ਹੈ, ਜੋ ਕੇਵਲ ਸਿਮਰਨ ਕਮਾਈ ਦੁਆਰਾ ਹੀ ਪੂਰੀ ਹੁੰਦੀ ਹੈ। ਇਸ ਸਿਮਰਨ ਆਕਾਂਖਿਆ ਦੀ ਇਸ ਅਗਲੇ ਗੁਰਵਾਕ ਵਿਖੇ ਸਤਿਗੁਰੂ ਨੇ ਸਾਨੂੰ ਸੋਹਣੀ ਜਾਚ ਸਿਖਾਈ ਹੈ। ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵਹਿ, ਸਿਮਰਉ ਤੁਮਰਾ ਨਾਮ। ਰਹਾਉ ਚਰਨ ਤੁਮਹਾਰੇ ਹਿਰਦੈ ਵਾਸਹਿ, ਸੰਤਨ ਕਾ ਸੰਗ ਪਾਵੋ। ਧਨਾਸਰੀ ਮਹੱਲਾ ਪੰਜਵਾਂ। ਸਿਮਰਨ ਕਲਾ ਦੁਆਰਾ ਚਰਨ ਕਮਲਾਰ ਦੇ ਹਿਰਦੈ ਉਦੌਤ ਹੋਣ ਸਾਰ ਅੰਮ੍ਰਿਤ ਰਸ ਰਸਾਇਣੀ ਭੁੰਚਾਰ ਆਰੰਭ ਹੋ ਜਾਂਦੀ ਹੈ। ਅੰਮ੍ਰਿਤ ਨਾਮ ਦਾ ਅੰਮ੍ਰਿਤ ਸਰਸਾਰੀ ਚਸ਼ਮਾ ਜਦੋਂ ਸਿਮਰਨ ਅਭਿਆਸ ਕਮਾਈ ਦੁਆਰਾ ਘਟ ਅੰਤਰ ਸਫੁੱਟ ਹੁੰਦਾ ਹੈ, ਤਦੋਂ ਹੀ ਚਰਨ ਕਮਲਾਂ ਦਾ ਜ਼ਹੂਰ ਮੁਅੱਜਜ਼ਨ ਹੁੰਦਾ ਹੈ। ਯਥਾ ਗੁਰਵਾਕ, ਤਾਂ ਕਉ ਬਿਘਨ ਨਾ ਕਉ ਲਾਗੈ, ਜੋ ਸਤਿਗੁਰ ਆਪੁਨੈ ਰਾਖੇ, ਚਰਨ ਕਮਲ ਬਸੇ ਰਿਦ ਅੰਤਰ, ਅੰਮ੍ਰਿਤ ਹਰ ਰਸ ਚਾਖੇ। ਸੋਰਠ ਮਹੱਲਾ ਪੰਜਵਾਂ। ਇਹੋ ਭਾਵ ਅਗਲਾ ਗੁਰਵਾਕ ਵੀ ਪ੍ਰੋੜਤਾ ਸਹਿਤ ਨਿਰੂਪਣ ਕਰਾਉਂਦਾ ਹੈ। ਚਰਨ ਕਮਲ ਸਿਉ ਜਾਂ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ, ਗੁਣ ਅਮੋਲ ਜਿਸ ਹਿਰਦੈ ਨ ਵਸਿਆ, ਤੇ ਜਨ ਤ੍ਰਿਸ਼ਨ ਤ੍ਰਿਖਾਈ, ਹਰ ਆਰਾਧੇ ਅਰੋਗ ਅੰਦਾਈ। ਰਹਾਉ ਸੋਰਠ ਮਹੱਲਾ ਪੰਜਵਾਂ। ਭਾਵ ਹਰ ਸਿਮਰਨ ਹਰ ਆਰਾਧਨ ਕਰ, ਨਾਮ ਸਿਮਰਨ ਹਾਰਾ ਅਰੋਗ ਹੋ ਜਾਂਦਾ ਹੈ
ਅਤੇ ਸਰਬ ਰੋਗ ਰਹਿਤ ਹੋ ਕੇ ਆਨੰਦਿਤ ਹੋ ਜਾਂਦਾ ਹੈ। ਇਸ ਆਤਮ ਆਨੰਦੀ ਦਸ਼ਾ ਅੰਦਰ ਚਰਨ ਕਮਲ ਰਸ ਜੋਤ ਸ਼ਗੂਫੇ ਦਾ ਅੰਕੁਰ ਆਣ ਪ੍ਰਗਟ ਹੁੰਦਾ ਹੈ। ਇਸ ਚਰਨ ਕਮਲ ਰਸ ਜੋਤ ਆਨੰਦ ਵਿੱਚ ਜਿਸ ਅਭਿਆਸੀ ਜਨ ਦਾ ਮਨ ਲੀਨ ਹੋ ਜਾਂਦਾ ਹੈ, ਉਸ ਦੀਆਂ ਸਭ ਭੁੱਖਾਂ ਮਿਟ ਜਾਂਦੀਆਂ ਹਨ। ਉਹ ਇਸ ਚਰਨ ਕਮਲ ਰਸ ਜੋਤ ਲੀਨਤਾ ਵਿੱਚ ਹੀ ਤ੍ਰਿਪਤ ਹੋ ਕੇ ਰਚਿਆ ਰਹਿੰਦਾ ਹੈ। ਅਜਿਹੇ ਅਮੋਲ ਗੁਣਾਂ ਵਾਲਾ ਵਾਹਿਗੁਰੂ ਜਾਂ ਵਾਹਿਗੁਰੂ ਨਾਮ ਜਿਸ ਦੇ ਹਿਰਦੇ ਵਿੱਚ ਨਹੀਂ ਵਸਿਆ, ਉਸ ਦੀ ਭੁੱਖ ਤ੍ਰਿਸ਼ਨਾ ਕਦੇ ਨਹੀਂ ਉਤਰਦੀ। ਉਹ ਸਦਾ ਹੀ ਤ੍ਰਿਖਾਲੂ ਅਤੇ ਤ੍ਰਿਸ਼ਨਾਲੂ ਹੀ ਬਣਿਆ ਰਹਿੰਦਾ ਹੈ, ਕਦੇ ਵੀ ਨਹੀਂ ਅਗਾਉਂਦਾ ਤ੍ਰਿਪਤਾਉਂਦਾ। ਵਾਹਿਗੁਰੂ ਨਾਮ ਦਾ ਸਿਮਰਨਾ ਅਤੇ ਸਿਮਰੀ ਜਾਣਾ, ਚਰਨ ਕਮਲਾਂ ਦਾ ਮਨ ਵਿੱਚ ਉਤਾਰ ਕੇ ਖਿਨ ਖਿਨ ਰਸ ਲਈ ਜਾਣਾ ਹੈ। ਵਾਹਿਗੁਰੂ ਨਾਮ ਦਾ ਸਿਮਰਨਾ ਅਤੇ ਸਿਮਰੀ ਜਾਣਾ, ਚਰਨ ਕਮਲਾਂ ਦਾ ਮਨ ਵਿੱਚ ਉਤਾਰ ਕੇ ਖਿਨ ਖਿਨ ਰਸ ਲਈ ਜਾਣਾ ਹੈ। ਯਥਾ ਗੁਰਵਾਕ ਸਿਮਰ 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 ਸੁਖ ਪਾਇਆ, ਚਰਨ ਕਮਲ ਰਖ ਮਨ ਮਾਹੀ, ਤਾਂ ਕਿ ਸ਼ਰਨ ਪਰਿਓ ਨਾਨਕ ਦਾਸ, ਜਾਂ ਤੇ ਉੱਪਰ ਕੋ ਨਾਹੀ। ਬਿਲਾਵਲ ਮਹੱਲਾ ਪੰਜਵਾਂ। ਅਰਥਾਤ ਸਿਮਰਨ ਕਮਾਈ ਦੁਆਰਾ ਜਦੋਂ ਨਾਮ ਦਾ ਵਿਕਾਸ ਅੰਤਰਗਤ ਹੁੰਦਾ ਹੈ, ਤਦੋਂ ਹੀ ਚਰਨ ਕਮਲ ਰੂਪੀ ਜੋਤ ਵਿਗਾਸੀ ਜ਼ਹੂਰ ਅੰਤਰ ਆਤਮੇ ਆਣ ਉਦੇ ਹੁੰਦਾ ਹੈ। ਤਦੋਂ ਇਸ ਪਦ ਪੁਗੜੇ ਸਿਮਰਨ ਰਸ ਵਿੱਚ ਹੀ ਇਸ ਸੰਸਾਰ ਰੂਪੀ ਵਿਖਿਆ ਬਨ ਘੋਰ ਨੂੰ ਆਨੰਦ ਸੇਤੀ ਗਾਹ ਸਿੱਟੀਦਾ ਹੈ, ਅਤੇ ਸਿਮਰਨ ਦੀ ਇਸ ਅਵਸਥਾ ਵਿਖੇ ਹੀ ਚਰਨ ਕਮਲ ਭਵ ਸਾਗਰ ਤੋਂ ਪਾਰ ਉਤਰਨ ਲਈ ਬੋਹਿਤ ਰੂਪ ਹੋ ਕੇ ਪ੍ਰਗਟ ਤੌਰ 'ਤੇ ਪ੍ਰਾਪਤ ਹੁੰਦੇ ਹਨ। ਯਥਾ ਗੁਰਵਾਕ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਆਨੰਦ ਸੇਤੀ ਵਿਖਿਆ ਬਨ ਗਾਹੀ, ਚਰਨ ਪ੍ਰਭੂ ਕੇ ਬੋਹਿਤ ਪਾਏ, ਭਵ ਸਾਗਰ ਪਾਰ ਪਰਾਹੀ। ਬਿਲਾਵਲ ਮਹੱਲਾ ਪੰਜਵਾਂ। ਰਾਮ ਰਸਾਇਣ ਰਤੜੀ ਰਸਨਾ, ਨਾਮ ਨਿਧਾਨੀ ਚਰਨ ਕਮਲ ਦੇ, ਰਸ ਜੋਤ ਨਿਧਾਨ ਨੂੰ ਪ੍ਰਜਵਲਿਤ ਕਰਨ ਹਾਰੀ ਇੱਕ ਪਰਮ ਅਦਭੁਤ ਜਵਾਲਾ ਮੁਖੀ ਖਾਨ ਹੈ। ਜੈਸਾ ਕਿ ਇਸ ਗੁਰਵਾਕ ਦਾ ਭਾਵ ਹੈ, ਰਸਨਾ ਰਾਮ ਰਸਾਇਣ ਮਾਤੀ, ਰੰਗ ਰੰਗੀ ਰਾਮ ਆਪਣੇ ਕੈ, ਚਰਨ ਕਮਲ ਨਿਧ ਥਾਤੀ। ਰਹਾਉ। ਧਨਾਸਰੀ ਮਹੱਲਾ ਪੰਜਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।